ਅਸਲਾਮੁਅਲੈਕੁਮ ਤੇ ਸਤਿ ਸ੍ਰੀ ਅਕਾਲ। ਸਾਰੇ ਭੈਣ ਭਰਾਵਾਂ ਵੀਰਾਂ ਦਾ ਕੀ ਹਾਲ ਚਾਲ ਆ। ਉਮੀਦ ਆ ਆਪਣੇ ਘਰਾਂ 'ਚ ਖੁਸ਼ ਆਬਾਦ ਹੋਵੋਗੇ। ਅੱਜ ਹੀ ਤੁਹਾਡੀ ਭੈਣ ਜਬੀਨ ਸੰਧੂ ਹਮੇਸ਼ਾ ਦੀ ਤਰ੍ਹਾਂ 2 ਰੈਸਪੀਆਂ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਆ। ਮਿੱਠੀਆਂ ਟਿੱਕੀਆਂ ਤੇ ਚਿਕਨ ਪੁਲਾਓ। ਇਹਨੂੰ ਮੁਰਗ ਪੁਲਾਓ ਵੀ ਕਹਿੰਦੇ ਆ ਤੇ ਇਹਨਾਂ ਨੂੰ ਮਿੱਠੇ ਗੁਲਗੁਲੇ ਵੀ ਕਹਿੰਦੇ ਆ। ਜੋ ਵੀ ਤੁਸੀਂ ਇਹਦਾ ਨਾਂ ਰੱਖ ਲਓ ਜੀ, ਉਹੀ ਠੀਕ ਆ। ਅੱਛਾ, ਅੱਜ ਗੱਲ ਕਰਦੇ ਹਾਂ ਮਾਂ ਦੀ ਅਜ਼ਮਤ 'ਤੇ। ਮਾਂ ਦੀ ਅੱਲਾਹ ਪਾਕ ਨੇ ਬੜੀ ਅਜ਼ਮਤ ਰੱਖੀ। ਆਪ सल्लल्लाहु अलैहि वसल्लम को एक सहाबी ने पूछा कि या रसूलुल्लाह सल्लल्लाहु अलैहि वसल्लम मेरे ते सब तो ज़्यादा किहदा हक आ। आप सल्लल्लाहु अलैहि वसल्लम ने फरमाया तेरी मां दा। दोबारा उस सहाबी ने यही सवाल किया कि ਉਹਦੇ ਬਾਅਦ आप सल्लल्लाहु अलैहि वसल्लम ने दोबारा फरमाया तेरी मां दा। तीसरी दफ़ा उन्हें फिर पूछा आप सल्लल्लाहु अलैहि वसल्लम को कि या अल्लाह या रसूलुल्लाह सल्लल्लाहु अलैहि वसल्लम मेरे ते सब तो ज़्यादा हक किहदा। आप सल्लल्लाहु अलैहि वसल्लम ने फरमाया तेरी मां दा। चौथी दफ़ा उस सहाबी ने फिर पूछा तो आप सल्लल्लाहु अलैहि वसल्लम ने फरमाया तेरे बाप दा। ते जी अज मां दी अज़मत नूं कौन इनकार कर सकदा। ਸਾਨੂੰ 20 ਸਾਲ ਹੋ ਗਏ ਅਸੀਂ ਆਪਣੀ ਮਾਂ ਨੂੰ ਨਹੀਂ ਭੁੱਲੇ। ਕੋਈ ਲਮਹਾ ਐਸਾ ਨਹੀਂ ਹੁੰਦਾ ਜਦੋਂ ਸਾਡੀ ਮਾਂ ਸਾਨੂੰ ਯਾਦ ਨਾ ਆਵੇ। ਇੱਕ ਸਹਾਬੀ ਆਪ ਸੱਲੱਲਾਹੁ ਅਲੈਹਿ ਵਸੱਲਮ ਦੀ ਖਿਦਮਤ ਹਾਜ਼ਰ ਹੋਇਆ ਤੇ ਉਹਨੇ ਕਿਹਾ ਕਿ ਯਾ ਰਸੂਲੁल्लाह सल्लल्लाहु अलैहि वसल्लम ਮੈਂ ਆਪਣੀ ਮਾਂ ਨੂੰ ਕੰਧਿਆਂ 'ਤੇ ਉਠਾ ਕੇ ਹੱਜ ਕਰਾ ਦਿੱਤਾ। ਕੀ ਮੈਂ ਉਹਦਾ ਹੱਕ ਅਦਾ ਕਰ ਦਿੱਤਾ? ਹੱਜ ਦੇ ਜਿਹੜੇ 3-4 ਦਿਨ ਹੁੰਦੇ ਉਹ ਮੈਂ ਉਹਨਾਂ ਨੂੰ ਆਪਣੀ ਮਾਂ ਨੂੰ ਆਪਣੇ ਕੰਧਿਆਂ 'ਤੇ ਚੁੱਕ ਕੇ ਫਿਰਦਾ ਰਿਹਾ। आप सल्लल्लाहु अलैहि वसल्लम ने फरमाया एक मश्क लैके आओ तो सहाबा कराम नूं कहा एक मशकीज़ा लियाओ तो ये पेट ना बन दिओ। और उन्होंने फरमाया कि ये नाल ही सौना, नाल ही चलना, नाल ही खाना, नाल ही पीना, इनू खोलना नहीं। तो वो चला गया वो सहाबी। अच्छा, वो मश्क दे नाल उन्होंने बैठना भी मुश्किल, उठना भी मुश्किल, लेटना भी मुश्किल, खाना पीना हर काम ਉਹਦੇ ਲਈ ਮੁਸ਼ਕਲ ਹੋ ਗਿਆ। ਤੇ ਤੀਸਰੇ ਦਿਨ ਹੀ ਉਹ ਹਾਲ ਦੁਆਈ ਪਾਉਂਦਾ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਦਰਬਾਰ 'ਚ ਹਾਜ਼ਰ ਹੋ ਗਿਆ ਕਿ ਯਾ ਰਸੂਲੁल्लाह ਸੱਲੱਲਾਹੁ ਅਲੈਹਿ ਵਸੱਲਮ ਮੈਨੂੰ ਤੁਸੀਂ ਕਿਹੜੇ ਵਕਤ 'ਚ ਪਾ ਦਿੱਤਾ, ਇਹ ਤੁਸੀਂ ਖੋਲਵਾ ਦਿਓ ਮੇਰਾ। ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਤੂੰ ਕਹਿੰਦਾ ਮੈਂ ਆਪਣੀ ਮਾਂ ਦਾ ਹੱਕ ਅਦਾ ਕਰ ਦਿੱਤਾ। ਕੰਧਿਆਂ 'ਤੇ 4 ਦਿਨ ਹੱਜ ਕਰਾ ਕੇ 5 ਦਿਨ ਉਹਨੂੰ ਤੇ ਤੂੰ ਕਹਿੰਦਾ ਮੈਂ ਆਪਣਾ ਹੱਕ ਅਦਾ ਕਰ ਦਿੱਤਾ। ਤੇਰੀ ਮਾਂ ਨੇ ਤੈਨੂੰ 9 ਮਹੀਨੇ ਪੂਰੇ ਇਸੇ ਤਰ੍ਹਾਂ ਪੇਟ 'ਚ ਰੱਖਿਆ ਔਰ ਤੇਰੇ ਸੁੱਤਿਆਂ ਜਾਗਦਿਆਂ ਹਰ ਤਰ੍ਹਾਂ ਕੰਮ ਕਰਦਿਆਂ, ਮਿਹਨਤ ਕਰਦਿਆਂ, ਮੁਸ਼ੱਕਤ ਕਰਦਿਆਂ ਉਹਨੂੰ ਤੈਨੂੰ ਆਪਣੇ ਪੇਟ 'ਚ ਰੱਖਿਆ ਔਰ 9 ਮਹੀਨੇ ਪੂਰੇ ਪਾਲਿਆ। ਤੇ ਤੂੰ ਇਹ ਹੱਜ ਕਰਾ ਕੇ ਕਹਿੰਦਾ ਕਿ ਮੈਂ ਆਪਣੀ ਮਾਂ ਦਾ ਹੱਕ ਅਦਾ ਕਰ ਦਿੱਤਾ। ਤੂੰ ਤੇ ਉਸ ਇੱਕ ਦਰਦ ਦਾ ਹੱਕ ਅਦਾ ਨਹੀਂ ਕਰ ਸਕਿਆ ਜਿਹੜੀ ਉਹਨੇ ਤੈਨੂੰ ਪੈਦਾ ਕਰਦੇ ਹੋਏ ਬਰਦਾਸ਼ਤ ਕੀਤੀ। ਤੇ ਜੀ ਅਸੀਂ ਤੇ ਕਹਿੰਦੇ ਹਾਂ ਸਾਨੂੰ ਤੇ ਮਾਵਾਂ ਦੀ ਕਦਰ ਦਾ ਹੀ ਨਹੀਂ ਪਤਾ। ਅਸੀਂ ਤੇ ਕਦੀ ਆਪਣੀ ਮਾਂ ਨੂੰ ਇਹ ਨਹੀਂ ਕਿਹਾ ਕਿ ਅੰਮੀ ਮੈਨੂੰ ਤੁਹਾਡੇ ਨਾਲ ਬੜੀ ਮੁਹੱਬਤ ਆ। ਅਸੀਂ ਤੇ ਕਦੀ ਇਹ ਵੀ ਨਹੀਂ ਕਿਹਾ ਕਿਉਂਕਿ ਅਸੀਂ ਮੁਹੱਬਤ ਦੇ ਇਜ਼ਹਾਰ ਦੇ ਬਾਰੇ 'ਚ ਬੜੇ ਹੀ ਕੰਜੂਸ ਹਾਂ। ਅਸੀਂ ਨਫ਼ਰਤ ਦਾ ਇਜ਼ਹਾਰ ਖੋਲ੍ਹ ਖਿਲਾ ਕੇ ਕਰਦੇ ਹਾਂ ਮਗਰ ਮੁਹੱਬਤ ਦਾ ਇਜ਼ਹਾਰ ਅਸੀਂ ਕਦੀ ਵੀ ਆਪਣੇ ਵਾਲਿਦੈਨ ਨਾਲ ਜਾਂ ਭੈਣਾਂ ਭਰਾਵਾਂ ਨਾਲ ਖੋਲ੍ਹ ਖਿਲਾ ਕੇ ਨਹੀਂ ਕਰਦੇ, ਜਿਹੜਾ ਕਿ ਕਰਨਾ ਚਾਹੀਦਾ। ਮਾਂ ਦੀ ਅਜ਼ਮਤ ਨੂੰ ਤੇ ਬੜੇ ਉਲਮਾ ਨੇ, ਬੜੇ ਅੰਬੀਆ ਕਰਾਮ ਨੇ, ਸਭ ਨੇ ਮਾਂ ਦੀ ਅਜ਼ਮਤ ਨੂੰ ਸਲਾਮ ਕੀਤਾ। ਤੇ ਅੱਜ ਕੱਲ੍ਹ ਦੇ ਬੱਚੇ ਜਿਹੜੇ ਉਹਨਾਂ ਨੂੰ ਪਤਾ ਹੀ ਨਹੀਂ ਮਾਂ ਦੀ ਕਦਰ ਦਾ। ਉਹ ਤੇ ਕਹਿੰਦੇ ਆ ਕਿ ਅੰਮੀ ਤੁਹਾਨੂੰ ਕੀ ਪਤਾ, ਤੁਸੀਂ ਤਾਂ ਹੁਣ ਹੋ ਗਏ ਹੋ ਬੁੱਢੇ ਤੇ ਤੁਹਾਨੂੰ ਹੁਣ ਇਹਨਾਂ ਚੀਜ਼ਾਂ ਦਾ ਨਹੀਂ ਪਤਾ। ਨਵਾਂ ਦੌਰ ਆ ਗਿਆ, ਨਵਾਂ ਜ਼ਮਾਨਾ ਆ ਗਿਆ। ਸੌਰੀ ਜੀ, ਨਵਾਂ ਜ਼ਮਾਨਾ ਆ ਗਿਆ, ਤੁਹਾਨੂੰ ਕੀ ਪਤਾ ਮਾਂ ਦੀ ਕਦਰ ਦਾ। ਤੇ ਮੇਰੀ ਸਭ ਕੋਲ ਰਿਕੁਐਸਟ ਆ ਕਿ ਜਿਨ੍ਹਾਂ ਦੀਆਂ ਮਾਵਾਂ ਜ਼ਿੰਦਾ, ਇਸ ਤੋਂ ਪਹਿਲੇ ਕਿ ਪਛਤਾਵਾ ਹੋਵੇ ਸਾਡੇ ਤਰ੍ਹਾਂ, ਆਪਣੀ ਮਾਂ ਦੀ ਕਦਰ ਕਰੋ, ਉਹਨਾਂ ਦੀ ਇੱਜ਼ਤ ਕਰੋ। ਉਹਨਾਂ ਨੂੰ ਇਸ ਤੋਂ ਪਹਿਲੇ ਕਿ ਉਹ ਵਕਤ ਗੁਜ਼ਰ ਜਾਏ ਔਰ ਫਿਰ ਹੱਥ 'ਚ ਸਿਰਫ ਪਛਤਾਵਾ ਰਹਿ ਜਾਂਦਾ, ਉਹਦਾ ਕੋਈ ਫਾਇਦਾ ਨਹੀਂ। ਕਿਉਂਕਿ ਉਹ ਤੁਹਾਡੇ ਵਾਲਿਦੈਨ ਨੇ ਜਾਂ ਮਾਂ ਨੇ ਬਾਪ ਨੇ, ਉਹ ਆ ਕੇ ਦੇਖਣਾ ਨਹੀਂ ਕਿ ਤੁਸੀਂ ਕਿੰਨਾ ਪਛਤਾ ਰਹੇ ਹੋ।
ਤੇ ਉਹਨਾਂ ਦੀ ਖਿਦਮਤ ਕਰ ਲਓ ਔਰ ਜੰਨਤ ਆਪਣੀ ਕਮਾ ਲਓ। ਮੈਨੂੰ ਹੈਰਤ ਹੁੰਦੀ ਉਹਨਾਂ ਲੋਕਾਂ 'ਤੇ ਜਿਹੜੇ ਪੀਰਾਂ ਫਕੀਰਾਂ ਨੂੰ ਕਹਿੰਦੇ ਸਾਡੇ ਲਈ ਦੁਆ ਕਰੋ, ਤੇ ਘਰ ਬੈਠੀ ਮਾਂ ਨੂੰ ਨਹੀਂ ਕਹਿੰਦੇ ਕਿ ਜਿਹਦੀ ਅੰਬੀਆ ਦੀ ਦੁਆ ਤੋਂ ਵੀ ਅਫਜ਼ਲ ਆ, ਉਹਨੂੰ ਨਹੀਂ ਕਹਿੰਦੇ ਕਿ ਸਾਡੇ ਲਈ ਦੁਆ ਕਰ। ਲਿਹਾਜ਼ਾ ਆਪਣੇ ਵਾਲਦੈਨ ਦੀ ਕਦਰ ਕਰੋ ਜੀ। ਮੇਰਾ ਖਿਆਲ ਹੈ ਅੱਜ ਦੀ ਗੱਲ ਇੱਥੇ ਹੀ ਖ਼ਤਮ ਕਰਦੇ ਹਾਂ, ਅਤੇ ਮੇਰੀ ਰਿਕੁਐਸਟ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਲਾਈਕ ਕਰੋ ਔਰ ਸ਼ੇਅਰ ਕਰਿਓ, ਤਾਂ ਕਿ ਮੈਂ ਤੁਹਾਡੇ ਨਾਲ ਇਹੋ ਜਿਹੀਆਂ ਸਿੱਧੀਆਂ ਸਾਦੀਆਂ ਸੱਚੀਆਂ ਗੱਲਾਂ ਹੋਰ ਸਾਂਝੀਆਂ ਕਰ ਸਕਾਂ। ਅਤੇ ਤੁਸੀਂ ਮੈਨੂੰ ਬੜੀ ਖੁਸ਼ੀ ਹੁੰਦੀ ਆ, ਮੇਰੀ ਇੱਕ ਕੋਈ ਮੇਰਾ ਖਿਆਲ ਆ ਕਿ ਕੋਈ ਮੇਰਾ ਸਬਸਕ੍ਰਾਈਬਰ ਆ ਔਰ ਉਹ ਹਮੇਸ਼ਾ ਮੇਰੀ ਵੀਡੀਓ 'ਤੇ ਕਮੈਂਟ ਕਰਦੇ ਆ, ਜਾਂ ਪਤਾ ਨਹੀਂ ਉਹ ਮੇਲ ਆ ਜਾਂ ਫੀਮੇਲ ਆ, ਔਰ ਮੈਨੂੰ ਬੜੀ ਹੀ ਖੁਸ਼ੀ ਹੁੰਦੀ। ਮੈਂ ਉਹਨਾਂ ਨੂੰ ਹਰ ਰੋਜ਼ ਜਵਾਬ ਵੀ ਦਿੰਦੀ ਹਾਂ, ਰਿਪਲਾਈ ਕਰਦੀ ਹਾਂ। ਮੈਂ ਖੁਸ਼ੀ ਨਾਲ ਉਹਦਾ ਜਿਹੜਾ ਕਮੈਂਟ ਆ ਉਹ ਪੜ੍ਹਦੀ ਹਾਂ, ਔਰ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਤੁਹਾਨੂੰ ਮੇਰੀਆਂ ਰੈਸਪੀਆਂ ਵੀ ਪਸੰਦ ਆਉਂਦੀਆਂ ਔਰ ਤੁਸੀਂ ਮੈਨੂੰ ਜਵਾਬ ਵੀ ਦਿੰਦੇ ਹੋ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਆਪਣੇ ਆਪਣੇ ਘਰਾਂ 'ਚ ਖੁਸ਼ ਆਬਾਦ ਰਹੋ। ਅੱਲਾਹ ਪਾਕ ਤੁਹਾਨੂੰ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਦੇਖਣਾ ਨਸੀਬ ਕਰੇ, ਔਰ ਆਪਣੇ ਆਪਣੇ ਵਾਲਦੈਨ ਜਿਨ੍ਹਾਂ ਦੇ ਵਾਲਦੈਨ ਹਯਾਤ ਆ, ਅੱਲਾਹ ਉਹਨਾਂ ਨੂੰ ਸਲਾਮਤ ਰੱਖੇ, ਅਤੇ ਜਿਨ੍ਹਾਂ ਦੇ ਵਫਾਤ ਪਾ ਗਏ ਅੱਲਾਹ ਪਾਕ ਉਹਨਾਂ ਦੀ ਮਗਫਰਤ ਫਰਮਾਏ ਔਰ ਜੰਨਤੁਲ ਫਿਰਦੌਸ ਬੁਲੰਦ ਮਕਾਮ ਅਤਾ ਫਰਮਾਏ। ਅੱਲਾਹ ਹਾਫਿਜ਼। ਖੁਸ਼ ਰਹੋ, ਆਬਾਦ ਰਹੋ।